ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਮੈਂ ਹਾਂ ਨਵਜੀਤ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ। ਬਹੁਤ ਸਾਰੀਆਂ ਖਬਰਾਂ ਨੇ ਜੋ ਆਪਣੇ ਵੱਲ ਧਿਆਨ ਖਿੱਚਦੀਆਂ ਨੇ। ਲਖੀਮਪੁਰ ਮਾਮਲੇ ਵਿੱਚ ਸਪੈਸ਼ਲ ਜਾਂਚ ਟੀਮ ਨੇ ਬਹੁਤ ਗੱਲਾਂ ਸਾਹਮਣੇ ਲਿਆਂਦੀਆਂ ਨੇ, ਗਿਣੀ ਮਿੱਥੀ ਸਾਜ਼ਿਸ਼ ਦੱਸਿਆ। ਦੂਸਰੇ ਪਾਸੇ ਰਕੇਸ਼ ਟਕੈਤ ਹਰਿਆਣਾ ਵਿੱਚ ਪਹੁੰਚੇ ਨੇ, ਵੱਡੀਆਂ ਗੱਲਾਂ ਕਹੀਆਂ ਨੇ ਤੇ ਮੋਗਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਰੈਲੀ ਕੀਤੀ ਹੈ। ਹੋਰ ਵੀ ਬਹੁਤ ਸਾਰੀਆਂ ਖਬਰਾਂ। ਪੰਨੂ ਸਾਹਿਬ ਦਾ ਸਵਾਗਤ ਕਰਦੇ ਸਭ ਤੋਂ ਪਹਿਲਾਂ, ਫਿਰ ਕਰਦੇ ਹਾਂ ਚਰਚਾ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ। ਪੰਨੂ ਸਾਹਿਬ, ਲਖੀਮਪੁਰ ਮਾਮਲਾ ਬਹੁਤ ਚਰਚਾ ਵਿੱਚ ਰਿਹਾ। ਸਪੈਸ਼ਲ ਜਾਂਚ ਟੀਮ ਨੇ ਹੁਣ ਸਪਸ਼ਟ ਕਰ ਦਿੱਤਾ ਕਿ ਇਹ ਇੱਕ ਗਿਣੀ ਮਿੱਥੀ ਸਾਜ਼ਿਸ਼ ਸੀ। ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਗੱਲ ਕਹੀ ਸੀ ਕਿ ਮੇਰਾ ਮੁੰਡਾ ਤਾਂ ਉੱਥੇ ਸੀਗਾ ਹੀ ਨਹੀਂ ਤੇ ਮੈਂ ਅਸਤੀਫਾ ਦੇ ਦੂੰਗਾ ਜੇਕਰ ਸਾਬਤ ਹੁੰਦਾ। ਹੁਣ ਸਾਬਤ ਵੀ ਹੋ ਗਿਆ, ਪਾਰਲੀਮੈਂਟ ਵਿੱਚ ਮੁੱਦਾ ਉੱਠ ਰਿਹਾ, ਅਸਤੀਫਾ ਨਹੀਂ ਦਿੱਤਾ, ਕਾਰਨ ਕੀ ਲੱਗਦਾ? ਨਵਜੀਤ ਜੀ, 3 ਅਕਤੂਬਰ ਦੀ ਘਟਨਾ ਲਖੀਮਪੁਰ ਖੀਰੀ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਨੇ ਆਉਣਾ ਸੀ ਜੀ। ਉਹਦੇ ਆਉਣ ਤੋਂ ਪਹਿਲਾਂ ਕਿਸਾਨਾਂ ਨੇ ਰਸਤੇ 'ਚ ਪ੍ਰੋਟੈਸਟ ਕਰਨ ਵਾਸਤੇ ਲਾਈਨਾਂ ਲਾਈਆਂ ਸਨ। ਆਉਂਦੀਆਂ ਗੱਡੀਆਂ ਨੂੰ ਰਸਤਾ ਦੇ ਕੇ ਲੰਘਾਉਂਦੇ ਪਏ ਸਨ। ਇਹਦੇ ਮੁੰਡੇ ਨੂੰ ਪਤਾ ਲੱਗਾ, ਉਹ ਗੱਡੀ ਲੈ ਕੇ ਗਿਆ ਤੇ ਗੱਲਾਂ ਕਰਦੇ ਕਿਸਾਨਾਂ ਦੇ ਪਿੱਛੋਂ ਆ ਕੇ ਸਿੱਧੀ ਗੱਡੀ ਮਾਰੀ, ਮਿੱਧ ਕੇ ਫਿਰ ਗੋਲੀਆਂ ਚਲਾਉਂਦਾ ਨਿਕਲ ਗਿਆ। 4 ਕਿਸਾਨ ਮਰੇ, 1 ਪੱਤਰਕਾਰ ਤੇ ਫਿਰ ਗੁੱਸੇ 'ਚ ਆਏ ਲੋਕਾਂ ਨੇ ਅੱਗ ਲਾ ਦਿੱਤੀ ਤੇ 3 ਭਾਜਪਾ ਵਰਕਰ ਮਾਰੇ ਜੀ। ਇਹ ਸਾਰਾ ਕੁਝ ਜੋ ਹੋਇਆ ਸਾਫ਼ ਦਿਸਦਾ ਸੀ ਇੱਕ ਸਾਜ਼ਿਸ਼ ਹੈ। ਉਸ ਸਾਜ਼ਿਸ਼ ਤੋਂ ਆਪਣੇ ਪੁੱਤ ਨੂੰ ਬਚਾਉਣ ਵਾਸਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਇਹ ਪ੍ਰਬੰਧ ਕੀਤਾ ਕਿ ਪੁੱਤਰ ਤਾਂ ਸਵੇਰ ਤੋਂ ਲੈ ਕੇ ਆਪਣੇ ਪਿੰਡ ਦੇ ਵਿੱਚ ਕੁਸ਼ਤੀਆਂ ਹੁੰਦੀਆਂ ਸੀ, ਦੰਗਲ ਸੀਗੇ, ਉਹ ਸਟੇਜ ਦੇ ਉੱਤੇ ਰਿਹਾ। ਪਰ ਉਹਦੇ ਵਿੱਚੋਂ ਜਿੰਨਾ ਸਮਾਂ ਉਹ ਗੈਪ ਪੈਂਦਾ ਸੀ ਵੀਡੀਓ ਦਾ ਸਵੇਰ ਦਾ ਤੇ ਸ਼ਾਮ ਦਾ ਜੀ, ਉਹਦਾ ਜਵਾਬ ਕੋਈ ਨਹੀਂ ਸੀ ਦਿੰਦੇ। ਉੱਥੋਂ 3 ਕਿਲੋਮੀਟਰ ਦੇ ਉੱਤੇ ਘਟਨਾ ਵਾਪਰੀ ਆ, 5 ਮਿੰਟ 'ਚ ਉੱਥੇ ਬੰਦਾ ਪਹੁੰਚ ਜਾਂਦਾ, ਵਾਰਦਾਤ ਕਰਕੇ ਵਾਪਸ ਆ ਗਿਆ। ਉਹ ਇੰਨਾ ਲੰਮਾ ਸਮਾਂ ਮੁੰਡਾ ਬਾਹਰ ਕਿਉਂ ਰਿਹਾ, ਇਹਦਾ ਕੋਈ ਜਵਾਬ ਨਹੀਂ ਸੀ। ਰਸਤੇ ਵਿੱਚ ਜਿੱਥੇ ਇੱਥੇ ਲੋਕਾਂ ਨੇ CCTV ਕੈਮਰੇ ਸਿਕਿਉਰਿਟੀ ਵਾਸਤੇ ਲਾਏ ਸੀ, ਉਹਨਾਂ 'ਚ ਗੱਡੀਆਂ ਆਉਂਦੀਆਂ ਜਾਂਦੀਆਂ ਸਾਫ਼ ਦਿਸਦੀਆਂ ਤੇ ਗੱਡੀਆਂ 'ਚੋਂ ਇੱਕ ਗੱਡੀ ਮੁੰਡਾ ਚਲਾਉਂਦਾ ਦਿਸਦਾ। ਇਹਨੇ ਆਖਿਆ ਮੁੰਡਾ ਗੱਡੀ ਨਹੀਂ ਸੀ ਚਲਾਉਂਦਾ, ਡਰਾਈਵਰ ਚਲਾਉਂਦਾ ਸੀ। ਕੋਈ ਵੀ ਡਰਾਈਵਰ ਪਿਛਲੀ ਸੀਟ ਤੇ ਅੱਜ ਤੱਕ ਬੈਠ ਕੇ ਗੱਡੀ ਚਲਾਉਂਦਾ ਅਸੀਂ ਨਹੀਂ ਵੇਖਿਆ। ਉਹ ਜਿਹੜਾ ਡਰਾਈਵਰ ਹੈ, ਜਦੋਂ ਗੱਡੀ ਨੂੰ ਅੱਗ ਲੱਗੀ ਤੇ ਉਹ ਪਿਛਲੀ ਸੀਟ ਤੇ ਬੈਠਾ ਸੜਿਆ। ਅਗਲੀ ਸੀਟ ਤੇ ਡਰਾਈਵਰ ਵਾਲੀ ਸੀਟ ਤੇ ਕੌਣ ਸੀ? ਉਹ ਮੰਤਰੀ ਦਾ ਮੁੰਡਾ ਸੀ ਜਿਹੜਾ ਗੋਲੀਆਂ ਚਲਾ ਕੇ ਭੱਜ ਗਿਆ। ਫੋਰੈਂਸਿਕ ਸਾਇੰਸ ਲੈਬ ਦੇ ਵਿੱਚ ਗਏ ਤੇ ਉੱਥੇ ਜਾ ਕੇ ਸਾਬਤ ਹੋ ਗਿਆ ਕਿ ਮੰਤਰੀ ਦੇ ਪੁੱਤ ਨੇ ਜਿਹੜਾ ਪਿਸਤੌਲ ਸਰੈਂਡਰ ਕੀਤਾ, ਉਸੇ ਪਿਸਤੌਲ 'ਚੋਂ ਗੋਲੀਆਂ ਚੱਲੀਆਂ ਸਨ ਜੀ। ਇਹ ਵੀ ਗੱਲ ਸਾਬਤ ਹੋ ਗਈ। ਉਦੋਂ ਬਾਅਦ ਅਜੇ ਤੱਕ ਕੇਂਦਰ ਸਰਕਾਰ, ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮੰਤਰੀ ਨੂੰ ਬਚਾਉਣ ਲੱਗੇ ਹੋਏ ਨੇ। ਦੂਸਰਾ ਪਾਸਾ ਇਹ ਹੈ ਕਿ ਜਿਹੜੀ ਵਿਸ਼ੇਸ਼ ਜਾਂਚ ਟੀਮ ਆ ਉਹ ਵੀ ਕੰਮ ਕਰਦੀ ਹੈ। ਸੁਪਰੀਮ ਕੋਰਟ ਦਖਲ ਨਾ ਦਿੰਦੀ ਤੇ ਇੱਥੋਂ ਤੱਕ ਗੱਲ ਜਾਣੀ ਨਹੀਂ ਸੀ। ਯੂਪੀ ਸਰਕਾਰ ਨੇ ਬੜੇ ਮਹਿੰਗੇ ਵਕੀਲ ਖੜੇ ਕੀਤੇ ਸੀ ਮੰਤਰੀ ਦੇ ਪੁੱਤ ਨੂੰ ਬਚਾਉਣ ਵਾਸਤੇ। ਉਹਦੇ 'ਚ ਅੰਤ ਨੂੰ ਹੁਣ ਜਿਹੜੀ SIT ਆ ਉਹਦੇ ਇੰਚਾਰਜ ਇੰਸਪੈਕਟਰ ਨੇ ਜਾ ਕੇ ਅਦਾਲਤ ਵਿੱਚ ਕਹਿ ਦਿੱਤਾ ਜੀ ਇਹ ਇੱਕ ਗਿਣੀ ਮਿੱਥੀ ਸਾਜ਼ਿਸ਼ ਸੀ ਤੇ ਸਾਜ਼ਿਸ਼ ਦੇ ਤਹਿਤ ਹਮਲਾ ਕੀਤਾ ਗਿਆ। ਜੇ ਸਾਜ਼ਿਸ਼ ਸੀ ਤੇ ਮੁੰਡੇ ਇਕੱਲੇ ਨੇ ਕੀਤੀ ਸੀ। ਮੁੰਡੇ ਦੇ ਬਾਪ ਦਾ ਜਿਹੜਾ ਪੁਰਾਣਾ ਕਿਰਦਾਰ ਆ, ਕਤਲ ਦੇ ਕੇਸਾਂ 'ਚੋਂ ਸ਼ਾਮਲ ਰਿਹਾ ਤੇ ਅੱਜ ਕਾਤਲਾਂ ਨੂੰ ਫੜਨ ਵਾਲੀ ਪੁਲਿਸ ਦਾ ਸਾਰੇ ਹਿੰਦੁਸਤਾਨ ਦਾ ਇੰਚਾਰਜ ਮੰਤਰੀ ਬਣਿਆ ਬੈਠਾ ਜੀ। ਉਹ ਕਿੱਦਾਂ ਇਹ 'ਚ ਸ਼ਾਮਲ ਨਹੀਂ? ਉਹ ਵੀ ਫੜਿਆ ਜਾਣਾ ਚਾਹੀਦਾ, ਗ੍ਰਿਫਤਾਰ ਕੀਤਾ ਜਾਣਾ ਚਾਹੀਦਾ। ਦੂਜਾ ਇਹ ਕਿ ਜੇ ਸਾਜ਼ਿਸ਼ ਸੀ, ਸਾਜ਼ਿਸ਼ ਦੇ ਤਹਿਤ ਹਮਲਾ ਕੀਤਾ, ਮੁੰਡੇ ਨੇ ਜੀਪ ਮਾਰੀ ਹੈ, ਫਿਰ ਉਹ ਇੰਸਪੈਕਟਰ ਦਾ ਇਹ ਕਹਿਣਾ ਕਿ ਇਹ 304 ਦਾ ਕੇਸ ਨਹੀਂ 307 ਦਾ ਬਣਦਾ, ਸਿੱਧੇ ਤੌਰ ਤੇ ਗਿਣ ਮਿਥ ਕੇ ਮਰਡਰ ਦਾ ਕੇਸ ਧਾਰਾ 302 ਅਜੇ ਵੀ ਨਹੀਂ ਲਾਈ ਜਾ ਰਹੀ। ਇਹਦੇ ਵਾਸਤੇ ਲੜਾਈ ਲੜਨੀ ਪੈਗੀ। ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਇਸ ਮੁੰਡੇ ਨੂੰ ਤੇ ਇਹਦੇ ਕੇਂਦਰੀ ਮੰਤਰੀ ਪਿਓ ਨੂੰ ਬਚਾਉਣ ਵਾਸਤੇ ਵਕੀਲ ਉਹ ਖੜਾ ਕੀਤਾ ਜਿਹੜਾ ਵਕੀਲ ਭਾਰਤ ਸਰਕਾਰ ਵੱਲੋਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਜਾ ਕੇ ਨੀਦਰਲੈਂਡ 'ਚ ਹੇਗ ਵਿੱਚ ਲੜਿਆ ਸੀ। ਉਸ ਕੁਲਭੂਸ਼ਣ ਜਾਧਵ ਦਾ ਕੇਸ ਜਿਹੜਾ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੀ ਸਰਕਾਰ ਨੇ ਫੜਿਆ, ਫਾਂਸੀ ਦਾ ਹੁਕਮ ਹੈ।
ਜਿਹੜਾ ਵਕੀਲ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਾ ਕੇ ਭਾਰਤ ਦਾ ਕੇਸ ਜਿੱਤ ਕੇ ਆਇਆ, ਇਹਦਾ ਮਤਲਬ ਭਾਰਤ ਦੇ ਸਿਖਰਲੇ 2-4 ਵਕੀਲਾਂ 'ਚੋਂ ਇੱਕ ਹੋਵੇਗਾ ਤੇ ਬਹੁਤ ਮਹਿੰਗਾ ਵਕੀਲ ਹੈ, ਜਿਹਦੇ ਵਾਸਤੇ ਯੂਪੀ ਸਰਕਾਰ ਉਚੇਚੀਆਂ ਫੀਸਾਂ 75 ਲੱਖ ਰੁਪਈਆ ਰੋਜ਼ ਦੀਆਂ ਦੇ ਕੇ ਕਰ ਸਕਦੀ ਹੈ। ਉਹ ਯੂਪੀ ਸਰਕਾਰ ਇਸ ਮੁੰਡੇ ਨੂੰ ਬਚਾਉਣ ਲਈ ਹੋਰ ਕੀ ਨਾ ਕਰੂਗੀ। ਅਜੇ ਵੀ ਉਹਨੂੰ ਬਚਾਉਣ ਦੇ ਸਾਰੇ ਯਤਨ ਹੋਣਗੇ। ਕਿਸਾਨਾਂ ਨੂੰ ਇਹਦੇ ਬਾਰੇ ਸੁਚੇਤ ਰਹਿਣਾ ਚਾਹੀਦਾ ਜੀ। ਪੰਨੂ ਸਾਹਿਬ, ਕਿਸਾਨਾਂ ਦੀ ਗੱਲ ਤੁਸੀਂ ਕੀਤੀ ਹੈ, ਕਿਸਾਨ ਘਰਾਂ ਨੂੰ ਵਾਪਸ ਪਰਤੇ ਨੇ, ਹਰ ਥਾਂ ਤੇ ਨਿੱਘਾ ਸਵਾਗਤ ਹੋ ਰਿਹਾ। ਰਾਕੇਸ਼ ਟਿਕੈਤ ਹਰਿਆਣਾ ਗਏ, ਉੱਥੇ ਜਾ ਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ SYL ਨਹਿਰ ਦਾ ਮੁੱਦਾ ਨਹੀਂ ਚੁੱਕਣਾ। ਇਸ ਗੱਲ ਕਹਿਣ ਦਾ ਕੀ ਕਾਰਨ ਹੈ? ਹਰਿਆਣੇ 'ਚ 2 ਥਾਵਾਂ ਦੇ ਉੱਤੇ ਟੋਲ ਪਲਾਜ਼ੇ ਉਹਨੇ ਕੱਲ ਖਾਲੀ ਕਰਾਏ। ਇੱਕ ਹਰਿਆਣੇ 'ਚ ਬੱਦੋਵਾਲ ਹੈ, ਸਾਡੇ ਲੁਧਿਆਣੇ 'ਚ ਵੀ ਬੱਦੋਵਾਲ ਹੈ, ਪਰ ਉਹ ਹਰਿਆਣੇ 'ਚ ਬੱਦੋਵਾਲ ਹੈ। ਦੂਜਾ ਖਟਕੜ, ਇੱਥੇ ਸਾਡੇ ਸ਼ਹੀਦ ਭਗਤ ਸਿੰਘ ਦਾ ਪਿੰਡ ਵੀ ਹੈ, ਹਰਿਆਣੇ 'ਚ ਵੀ ਖਟਕੜ ਹੈ, ਉੱਥੇ ਵੀ ਟੋਲ ਪਲਾਜ਼ਾ ਸੀ। ਉਹ ਦੋਵੇਂ ਟੋਲ ਪਲਾਜ਼ਾ ਜਦੋਂ ਕੱਲ ਖਾਲੀ ਕਰਾਏ ਆ, ਰਾਕੇਸ਼ ਟਿਕੈਤ ਉਚੇਚੇ ਤੌਰ ਤੇ ਕਿਸਾਨਾਂ ਨੂੰ ਸੰਬੋਧਨ ਕਰਨ ਗਿਆ ਤੇ ਉੱਥੇ ਗੁਰਨਾਮ ਸਿੰਘ ਚੜੂੰਨੀ ਵੀ ਸੀ ਜੀ, ਪਰ ਉਹ ਇਦਾਂ ਮੈਨੇਜ ਕਰਕੇ ਗਿਆ ਕਿ ਮੈਂ ਪਹਿਲਾਂ ਜਾਵਾਂ ਤੇ ਰਾਕੇਸ਼ ਟਿਕੈਤ ਦਾ ਸਾਹਮਣਾ ਨਾ ਹੋਵੇ, ਉਹਦੇ ਤੋਂ ਪਹਿਲਾਂ ਆਪਣਾ ਭਾਸ਼ਣ ਕਰਕੇ ਨਿਕਲ ਜਾਵਾਂ, ਤੇ ਉਹ ਨਿਕਲ ਗਿਆ। ਮਗਰੋਂ ਗਿਆ ਰਾਕੇਸ਼ ਟਿਕੈਤ, ਉਹਨੇ ਜਿਹੜੀ ਸ਼ਾਬਾਸ਼ ਦੇਣੀ ਸੀ ਕਿਸਾਨਾਂ ਨੂੰ ਉਹ ਦਿੱਤੀ ਕਿ ਤੁਸੀਂ ਬਹੁਤ ਚੰਗਾ ਰੋਲ ਨਿਭਾਇਆ। ਹਰਿਆਣੇ 'ਚ ਟੋਲ ਪਲਾਜ਼ਿਆਂ ਤੇ ਵੀ ਚੰਗਾ ਤੁਸੀਂ ਪਹਿਰਾ ਦਿੱਤਾ, ਤੁਸੀਂ ਦਿੱਲੀ ਜਾ ਕੇ ਮੋਰਚੇ ਵਿੱਚ ਵੀ ਸ਼ਾਮਲ ਹੋਏ ਹੋ, ਤੁਹਾਡੀ ਸਾਰਿਆਂ ਦੀ ਬਹੁਤ ਮਿਹਰਬਾਨੀ। ਪਰ ਇਸ ਮੌਕੇ ਨੂੰ ਵਰਤ ਕੇ ਇੱਕ ਉਹਨੇ ਖਾਸ ਗੱਲ ਇਹ ਆਖੀ ਕਿ ਮੇਰੇ ਕੋਲ ਤੁਹਾਡੇ ਹਰਿਆਣੇ ਦੀਆਂ ਕੁਝ ਖਾਪ ਪੰਚਾਇਤਾਂ ਨੇ ਇਹ ਮੁੱਦਾ ਚੁੱਕਿਆ ਕਿ ਸਾਨੂੰ ਹਰਿਆਣੇ ਦੇ ਖੇਤਾਂ ਵਾਸਤੇ ਪਾਣੀ ਚਾਹੀਦਾ। ਪਾਣੀ ਤਾਂ ਮਿਲਣਾ ਜੇ ਸਤਲੁਜ ਦਰਿਆ ਦਾ ਪਾਣੀ ਜਮਨਾ ਦਰਿਆ ਨਾਲ ਜੋੜਿਆ ਜਾਵੇ, ਤੇ ਇੰਦਰਾ ਗਾਂਧੀ ਦੇ ਵਕਤ ਜਿਹੜਾ ਦੋਵਾਂ ਰਾਜਾਂ ਦਾ ਸਮਝੌਤਾ ਹੋਇਆ ਤੇ SYL ਨਹਿਰ ਸਤਲੁਜ ਜਮਨਾ ਲਿੰਕ ਨਹਿਰ ਬਣਨੀ ਹੈ, ਉਹ ਪੰਜਾਬ ਵਾਲੇ ਬਣ ਨਹੀਂ ਦਿੰਦੇ। ਸੁਪਰੀਮ ਕੋਰਟ 'ਚ ਕੇਸ ਜਿੱਤਿਆ ਵੀ ਹੈ ਤੇ ਉਹ ਸਾਡੀ ਨਹਿਰ ਬਣਨ ਦਿੱਤੀ ਜਾਵੇ। ਰਾਕੇਸ਼ ਟਿਕੈਤ ਨੇ ਆਖਿਆ ਮੇਰੇ ਕੋਲ ਤੁਹਾਡੀਆਂ ਖਾਪ ਪੰਚਾਇਤਾਂ ਦੀ ਇਹ ਗੱਲ ਆਈ ਆ ਕਿ ਉਹ ਇਸ ਮੁੱਦੇ ਦੇ ਉੱਤੇ ਪੰਜਾਬ ਵਾਲਿਆਂ ਨਾਲ ਗੱਲ ਕਰਨਾ ਚਾਹੁੰਦੇ, ਤੇ ਮੈਂ ਤੁਹਾਨੂੰ ਇਹ ਕਹੂੰਗਾ ਇਹ ਗੱਲ ਬਿਲਕੁਲ ਨਾ ਕਰੋ। ਪਾਣੀ ਮਿਲਣਾ ਕਿ ਨਹੀਂ ਮਿਲਣਾ ਤੁਹਾਡੇ ਖਿੱਚਿਆਂ ਨਹੀਂ ਮਿਲਣਾ, ਤੁਹਾਡਾ ਕੰਮ ਨਹੀਂ, ਸਰਕਾਰਾਂ ਦੇ ਮਾਮਲੇ ਆ, ਸਰਕਾਰਾਂ ਨੇ ਆਪਣੀ ਲੋੜ ਵਾਸਤੇ ਕਰਨਾ, ਰਾਜਨੀਤੀ ਵਾਸਤੇ ਕਰਨਾ। ਇਸ ਮੌਕੇ ਤੇ ਜੇ ਤੁਸੀਂ ਹਰਿਆਣੇ ਦੇ ਕਿਸਾਨ SYL ਨਹਿਰ ਦਾ ਤੇ ਪੰਜਾਬ ਤੋਂ ਪਾਣੀ ਲੈਣ ਦਾ ਮੁੱਦਾ ਚੁੱਕੋਗੇ ਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਇਹ ਪ੍ਰਭਾਵ ਜਾਵੇਗਾ ਕਿ ਤੁਸੀਂ ਕਿਸਾਨੀ ਦੀਆਂ ਮੰਗਾਂ ਵਾਸਤੇ ਸਾਡੇ ਨਾਲ ਨਹੀਂ ਸੀ, ਤੁਸੀਂ ਤੇ ਪਾਣੀ ਵਾਸਤੇ ਸਾਡੇ ਨਾਲ ਸੀ ਜੀ। ਇਹੋ ਜਿਹੇ ਮੌਕੇ ਤੇ ਮੁੱਦਾ ਕੋਈ ਨਾ ਚੁੱਕੋ। ਬੜੀ ਮੁਸ਼ਕਲ ਪੰਜਾਬ, ਹਰਿਆਣਾ, ਯੂਪੀ ਸਭ ਥਾਵਾਂ ਦੇ ਕਿਸਾਨਾਂ ਦਾ ਆਪੋ 'ਚ ਭਾਈਚਾਰਾ ਬਣਿਆ। ਉਹ ਕਹਿੰਦਾ ਮੇਰੇ ਬਾਪ ਨੇ ਮਹਿੰਦਰ ਸਿੰਘ ਟਿਕੈਤ ਨੇ, ਜਿਹਨੇ ਭਾਰਤੀ ਕਿਸਾਨ ਯੂਨੀਅਨ ਖੜੀ ਕੀਤੀ, ਉਹਨੇ ਆਖਿਆ ਸੀ ਜਦੋਂ ਪੰਜਾਬ ਤੋਂ ਕਿਸਾਨ ਤੁਰਨ, ਹਰਿਆਣੇ ਦੇ, ਯੂਪੀ ਦੇ, ਇਹ ਸਾਰੇ ਤੁਰਨ ਤੇ ਦੇਸ਼ ਦੇ ਕਿਸਾਨ ਰਲਣ, ਦੇਸ਼ ਦੀ ਤੇ ਦੇਸ਼ ਦੇ ਕਿਸਾਨਾਂ ਦੀ ਤਕਦੀਰ ਉਦੋਂ ਬਦਲਣੀ ਹੈ। ਮਸਾਂ ਹੀ ਤੇ ਅਸੀਂ ਇਕੱਠੇ ਹੋਣ ਲੱਗੇ ਹਾਂ। ਅੱਜ ਤੁਸੀਂ ਪਾਣੀ ਦਾ ਮੁੱਦਾ ਚੁੱਕ ਲਓ ਤੇ ਆਪਾਂ ਫਿਰ ਆਪੋ 'ਚ ਲੜਾਂਗੇ। ਇਹੋ ਜਿਹਾ ਮੁੱਦਾ ਤੁਸੀਂ ਬਿਲਕੁਲ ਨਹੀਂ ਚੁੱਕਣਾ ਜੀ। ਮੈਂ ਸਮਝਦਾ ਰਾਕੇਸ਼ ਟਿਕੈਤ ਵਰਗੇ ਸਿਆਣੇ ਬੰਦੇ ਨੇ ਇੰਨੀ ਸਿਆਣੀ ਗੱਲ ਜਿਹੜੀ ਕਹੀ ਹੈ, ਇਹ ਹਰਿਆਣੇ ਦੇ ਕਿਸਾਨ ਮੰਨਣਗੇ। ਇੱਕ ਗੱਲ ਹੋਰ ਮੈਂ ਚੇਤੇ ਕਰਾਉਣਾ ਚਾਹੁੰਦਾ, ਉਹ ਇਹ ਕਿ ਜਦੋਂ ਪਿਛਲੇ ਸਾਲ 25 ਨਵੰਬਰ ਨੂੰ ਜਾ ਕੇ ਦਿੱਲੀ ਦੇ ਬਾਰਡਰਾਂ ਤੇ ਬੈਠੇ, ਉਹਦੇ ਤੋਂ 1 ਮਹੀਨੇ ਦੇ ਅੰਦਰ ਅੰਦਰ ਹਰਿਆਣੇ ਦੇ ਖੇਤੀ ਮੰਤਰੀ ਨੇ ਇਹ ਨਾਅਰਾ ਚੁੱਕ ਦਿੱਤਾ ਸੀ ਕਿ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਦਿੱਲੀ ਜਾ ਕੇ ਕਿਉਂ ਬੈਠੇ ਹਾਂ ਜੀ। ਅਸੀਂ ਤਾਂ ਪੰਜਾਬ ਤੋਂ SYL ਨਹਿਰ ਬਣਵਾ ਕੇ ਉਹਦਾ ਪਾਣੀ ਲੈਣਾ, ਸੁਪਰੀਮ ਕੋਰਟ ਤੋਂ ਕੇਸ ਜਿੱਤਿਆ, ਸਾਡਾ ਪੰਜਾਬ ਨਾਲ ਕੀ ਸੰਬੰਧ ਆ। ਤੇ ਹਰਿਆਣੇ ਦੇ ਕਿਸਾਨ ਜਿਹੜੇ ਉੱਥੇ ਦਿੱਲੀ ਦੇ ਬਾਰਡਰ ਤੇ ਬੈਠੇ ਸੀ, ਉਹਨਾਂ ਨੇ ਉੱਥੇ ਅੱਗੋਂ ਜਵਾਬ ਇਹ ਦਿੱਤਾ ਸੀ ਪਾਣੀ ਲੈਣਾ ਪੰਜਾਬ ਤੋਂ, ਪਰ ਲੈਣਾ ਕਾਹਦੇ ਲਈ? ਖੇਤਾਂ ਵਾਸਤੇ ਲੈਣਾ ਨਾ। ਜੇ ਸਾਡੇ ਖੇਤ ਹੀ ਨਾ ਰਹੇ, ਉਹ ਅੰਬਾਨੀ ਤੇ ਅਡਾਨੀ ਨੇ ਖੋਲੇ, ਤੇ ਪਾਣੀ ਕਿੱਥੇ ਦੇਣਾ ਜੀ। ਇਸ ਕਰਕੇ ਸਾਨੂੰ ਪਾਣੀ ਦੀ ਕੋਈ ਲੋੜ ਨਹੀਂ। ਅਸੀਂ ਇੱਥੇ ਇਕੱਠੇ ਬੈਠੇ, ਇੱਕੋ ਥਾਲੀ 'ਚ ਖਾਂਦੇ ਹਾਂ। ਪੰਜਾਬ ਦੇ ਤੇ ਹਰਿਆਣੇ ਦੇ ਕਿਸਾਨ ਆਪੋ 'ਚ ਪਹਿਲਾਂ ਵੀ ਭਰਾ ਸਾਂ, ਮਸਾਂ ਫਿਰ ਭਰਾਵਾਂ ਵਾਂਗੂ ਬੈਠੇ ਹਾਂ। ਤੁਹਾਡੇ ਇਸ ਪਾਣੀ ਦੇ ਨਾਅਰੇ ਦੇ ਉੱਤੇ ਆ ਮੋਰਚਾ ਛੱਡ ਕੇ ਅਸੀਂ ਅੰਬਾਲੇ, ਸ਼ੰਭੂ ਬੈਰੀਅਰ ਵਾਲੇ ਬਾਰਡਰ ਤੇ ਜਾ ਕੇ ਆਪੋ ਵਿੱਚ ਨਹੀਂ ਲੜਨਾ, ਕਿਉਂ ਨਹੀਂ ਸੀ ਆਏ। ਇਹੋ ਜਿਹੇ ਮੌਕੇ ਤੇ ਕੋਈ ਸਿਆਣਾ ਬੰਦਾ ਜਾ ਕੇ ਸਿਆਣੀ ਗੱਲ ਕਵੇ
ਤੇ ਉਹਦੀ ਕਦਰ ਕਰਨੀ ਚਾਹੀਦੀ ਹੈ। ਮੈਂ ਸਮਝਦਾ ਜੋ ਕੁਝ ਉਹਨੇ ਰਕੇਸ਼ ਟਕੈਤ ਨੇ ਜਾ ਕੇ ਹਰਿਆਣੇ ਦੇ ਕਿਸਾਨਾਂ ਨੂੰ ਆਖਿਆ ਔਰ ਕਿਸਾਨਾਂ ਨੇ ਉਹਦੀ ਗੱਲ ਸੁਣ ਕੇ ਜਿਸ ਤਰ੍ਹਾਂ ਤਾੜੀਆਂ ਮਾਰ ਕੇ ਉਹਦੀ ਇਸ ਗੱਲ ਦਾ ਹੁੰਗਾਰਾ ਭਰਿਆ ਤੇ ਸਵਾਗਤ ਕੀਤਾ, ਉਹਦੇ ਜਵਾਬ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਵੀ ਹਰਿਆਣੇ ਦੇ ਕਿਸਾਨਾਂ ਦੇ ਇਸ ਸਵਾਗਤ ਦਾ, ਇਸ ਹੁੰਗਾਰੇ ਦਾ ਧੰਨਵਾਦ ਕਰਨਾ ਚਾਹੀਦਾ ਔਰ ਕਹਿਣਾ ਚਾਹੀਦਾ ਕਿ ਸਰਕਾਰਾਂ ਨੇ ਬੜੀ ਵਾਰ ਲੜਾ ਲਿਆ, ਹੁਣ ਆਪਾਂ ਆਪੋ ਵਿੱਚ ਨਹੀਂ ਲੜਨਾ, ਲੜਨ ਵਾਲੀ ਥਾਂ ਲੜਾਂਗੇ। ਜੀ ਪੰਜ ਸਾਹਿਬ, ਰਾਜਨੀਤਿਕ ਪਾਰਟੀਆਂ ਰੈਲੀਆਂ ਕਰ ਰਹੀਆਂ ਲਗਾਤਾਰ, ਇੱਕ ਦੂਜੇ ਤੋਂ ਵੱਧ ਚੜ ਕੇ ਐਲਾਨ ਕੀਤੇ ਜਾ ਰਹੇ ਆ। ਭਾਜਪਾ ਨੇ ਰੈਲੀ ਕੀਤੀ ਆ, ਰੈਲੀ ਵਿੱਚ ਇੱਕ ਮੁੱਦਾ ਚੁੱਕਿਆ, ਕਹਿੰਦੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਜਿੱਦਾਂ ਸਜ਼ਾ ਦਿੱਤੀ ਆ, ਬਹਿਬਲ ਕਲਾਂ ਤੇ ਗੋਲੀकांड ਦੇ ਮਾਮਲੇ ਵਿੱਚ ਵੀ ਆਪਾਂ ਸਜ਼ਾ ਦੇਵਾਂਗੇ। ਇਹ ਤੋਂ ਪਹਿਲਾਂ ਇਸ਼ਤਿਹਾਰ ਵੀ ਇੱਕ ਇੱਦਾਂ ਦਾ ਆਇਆ ਸੀਗਾ। ਕੀ ਲੱਗਦਾ ਪਿਆ ਕਿ ਇਹ ਆਪਣੇ ਵੱਲ ਖਿੱਚਣ ਦਾ ਯਤਨ ਕੀਤਾ ਜਾ ਰਿਹਾ ਜਾਂ ਭਾਜਪਾ ਬਿਲਕੁਲ ਹੀ ਮਸਲੇ ਹੱਲ ਕਰਨਾ ਚਾਹੁੰਦੀ ਹੈ ਸਰਕਾਰ ਕਾਂਗਰਸ ਵਾਂਗ? ਭਾਰਤੀ ਜਨਤਾ ਪਾਰਟੀ ਕੋਈ ਕੁੰਭ ਦੇ ਉੱਤੇ ਆਉਣ ਵਾਲੇ ਸਾਧਾਂ ਦਾ ਟੋਲਾ ਨਹੀਂ। ਇਹਨਾਂ ਵਿੱਚ ਜਿਹੜੇ ਸਾਧ ਵੀ ਆਏ ਉਹ ਵੀ ਸਿਆਸੀ ਹੋ ਚੁੱਕੇ ਆ ਜੀ। ਯੋਗੀ ਆਦਿੱਤਿਆਨਾਥ ਵਰਗੇ। ਉਮਾ ਭਾਰਤੀ ਆਈ, ਸਾਧ ਵੀ ਸੀ, ਬਾਅਦ ਚ ਮੁੱਖ ਮੰਤਰੀ ਵੀ ਬਣੀ, ਸਿਆਸੀ ਹੋ ਗਈ। ਸਾਧਵੀ ਪ੍ਰਗਿਆ ਜਦੋਂ ਆਈ, ਸਾਧਵੀ ਸੀ, ਹੁਣ ਉਹ ਪਾਰਲੀਮੈਂਟ ਮੈਂਬਰ ਆ, ਸਿਆਸੀ ਹੋ ਚੁੱਕੀ ਹੈ ਜੀ। ਸਾਧਵੀ ਨਿਰੰਜਨ ਜੋਤੀ ਇਹਨਾਂ ਚ ਆਈ, ਜਦੋਂ ਆਈ ਸਾਧਵੀ ਸੀ, ਬਾਅਦ ਵਿੱਚ ਸਿਆਸੀ ਹੋ ਚੁੱਕੀ ਹੈ। ਸਾਕਸ਼ੀ ਮਹਾਰਾਜ ਜਿਹੜਾ ਉਨਾਓ ਦਾ ਪਾਰਲੀਮੈਂਟ ਮੈਂਬਰ ਆ, ਆਇਆ ਤੇ ਸਾਧ ਸੀ, ਉਹ ਸਿਆਸੀ ਹੋ ਚੁੱਕਾ। ਇਹ ਜਿੰਨੇ ਨੇ ਉਹ ਵੀ ਸਿਆਸੀ ਹੋ ਚੁੱਕੇ ਨੇ। ਫਿਰ ਜਦੋਂ ਨਾਲ ਸਿਆਸਤ ਹੀ ਕਰਨੀ ਆ ਤੇ ਸਿਆਸਤ ਦੇ ਵਿੱਚ ਦਾਅ ਕਾ ਜਿੰਨੇ ਹੁੰਦੇ ਆ ਉਹ ਸਾਰੇ ਵਰਤਣਗੇ। ਜੀ। ਇਸ ਵੇਲੇ ਪੰਜਾਬ ਦੀਆਂ ਚੋਣਾਂ ਸਿਰ ਤੇ ਆ, ਵੋਟਾਂ ਲੈਣੀਆਂ। ਇੱਕ ਤਾਂ ਹਿੰਦੂ ਭਾਈਚਾਰੇ ਦੀਆਂ ਵੋਟਾਂ ਪੰਜਾਬ 'ਚ ਘੱਟ ਆ ਤੇ ਭਾਜਪਾ ਹਿੰਦੂਤਵ ਦਾ ਨਾਰਾ ਲਾ ਕੇ ਜਿੱਤ ਨਹੀਂ ਸਕਦੀ। ਦੂਜਾ, ਹਿੰਦੂ ਭਾਈਚਾਰਾ ਵੰਡਿਆ ਪਿਆ, ਉਹ 'ਚੋਂ ਵੱਡਾ ਹਿੱਸਾ ਭਾਜਪਾ ਨੂੰ ਮਿਲ ਜਾਓ, ਪਰ ਜਿਹੜੇ ਬਾਕੀ ਹਿੰਦੂ ਨੇ ਅਕਾਲੀਆਂ ਨੂੰ ਤੇ ਐਵੇਂ ਨਾ ਗਣਾਉਣਾ ਜਾਂ ਥੋੜ੍ਹੇ ਜਿਹੇ ਚੱਲ ਜਾਣਗੇ। ਕਾਂਗਰਸ ਤੇ ਆਮ ਆਦਮੀ ਪਾਰਟੀ 'ਚ ਦੋ ਥਾਈਂ ਬਰਾਬਰ ਵੰਡੇ ਜਾਣੇ ਤੇ ਭਾਜਪਾ ਜਿੱਤੇਗੀ ਕਿੱਦਾਂ? ਜਿੱਤਣ ਦਾ ਇੱਕੋ ਤਰੀਕਾ ਕਿ ਇੱਥੇ ਜਿਹੜਾ ਬਹੁ ਗਿਣਤੀ ਭਾਈਚਾਰਾ ਸਿੱਖ ਭਾਈਚਾਰਾ ਉਹਦੇ ਨਾਲ ਕੁਝ ਨਾ ਕੁਝ ਸਾਂਝ ਦੀਆਂ ਗੱਲਾਂ ਕਰੇ। ਜੀ। ਉਹਨਾਂ ਸਾਂਝ ਦੀਆਂ ਗੱਲਾਂ 'ਚ ਫਿਰ ਨਰਿੰਦਰ ਮੋਦੀ ਸਾਹਿਬ ਨੇ ਇੱਕ ਇਸ਼ਤਿਹਾਰ ਛਪਵਾਇਆ ਜਿਹੜਾ ਐਤਵਾਰ ਨੂੰ ਹਿੰਦੁਸਤਾਨ ਦੇ ਸਾਰੇ ਅਖਬਾਰਾਂ ਵਿੱਚ ਛਪਿਆ ਔਰ ਉਹ ਜਿੱਥੇ ਸਿੱਖ ਨਾ ਗਣਾਏ ਗਿਣਤੀ 'ਚ ਨੇ ਉੱਥੇ ਵੀ ਛਪਿਆ ਤੇ ਉਹਦੇ ਵਿੱਚ ਦੱਸਿਆ ਗਿਆ ਕਿ ਸਿੱਖਾਂ ਦਾ ਜਿੱਡਾ ਵੱਡਾ ਚਹੇਤਾ ਮੈਂ, ਐਡਾ ਵੱਡਾ ਚਹੇਤਾ ਅੱਜ ਤੱਕ ਕਦੇ ਕੋਈ ਹੋਇਆ ਹੀ ਨਹੀਂ। ਜੀ। ਇਸ ਕਰਕੇ ਸਿੱਖ ਭਾਈਚਾਰੇ ਕੋਲ ਆਉਣ ਵਾਸਤੇ ਮੁੱਢਲਾ ਪੜਾਅ ਭਾਜਪਾ ਪਾਰ ਕਰ ਗਈ। ਦੂਜਾ ਪੜਾਅ ਇਹ ਆ ਕਿ ਜਿਸ ਤਰ੍ਹਾਂ ਮਨਜਿੰਦਰ ਸਿੰਘ ਸਿਰਸੇ ਨੂੰ ਬੜੀ ਹਫੜਾ ਦਫੜੀ 'ਚ ਘੇਰ ਕੇ ਭਾਜਪਾ 'ਚ ਸ਼ਾਮਲ ਕਰਵਾਇਆ ਗਿਆ, ਜਾਂ ਮਨਜਿੰਦਰ ਸਿੰਘ ਸਿਰਸਾ ਆਪਣੇ ਕਿਸੇ ਕਾਰਨਵਸ ਅਕਾਲੀ ਦਲ ਤੋਂ ਬਾਂਹ ਛਡਾ ਕੇ ਝਟਾਪਟੀ ਜਾ ਕੇ ਭਾਜਪਾ 'ਚ ਸ਼ਾਮਲ ਹੋਇਆ, ਉਹ ਖੇਡ ਕੱਲੀ ਦਿੱਲੀ ਦੀ ਨਹੀਂ, ਉਹ ਪੰਜਾਬ 'ਚ ਦੁਹਰਾਈ ਜਾ ਸਕਦੀ ਹੈ। ਜੀ। ਇਸ ਵੇਲੇ ਸਾਡੇ ਕੋਲ ਜਿਹੜੀਆਂ ਖਬਰਾਂ ਉਹ ਇਹੋ ਹੈ ਕਿ ਭਾਜਪਾ ਨੇ ਕਈਆਂ ਸਿੱਖ ਲੀਡਰਾਂ ਤੱਕ ਕੁੰਡੀਆਂ ਪਾਈਆਂ ਹੋਈਆਂ ਨੇ। ਜੇ ਅਗਲਿਆਂ ਦਿਨਾਂ ਦੇ ਵਿੱਚ ਦੋ ਚਾਰ ਵੱਡੀਆਂ ਸਿੱਖ ਹਸਤੀਆਂ ਜਿਹੜੀਆਂ ਭਾਜਪਾ 'ਚ ਸ਼ਾਮਲ ਹੋ ਜਾਣ, ਜਿਹੜੇ ਆਰਐਸਐਸ ਦੇ ਤੇ ਭਾਜਪਾ ਦੇ ਕਹਿਣ ਤੇ ਕੁੰਭ ਦੇ ਮੇਲੇ 'ਚ ਪਹੁੰਚ ਗਏ ਸੀ, ਬੜੇ ਪਹਿਲਾਂ ਹਿੰਦੂਤਵ ਦੇ ਵਿਰੋਧੀ ਹੁੰਦੇ ਸੀ, ਕਹਿੰਦੇ ਸੀ ਸਿੱਖ ਧਰਮ ਦੀ ਹੋਂਦ ਨੂੰ ਹਿੰਦੂਤਵ ਤੋਂ ਖਤਰਾ, ਉਹ ਕੁੰਭ ਦੇ ਮੇਲੇ 'ਚ ਨਾਗੇ ਸੰਤਾਂ ਦੇ ਵਿਚਾਲੇ ਤੁਰੇ ਫਿਰਦੇ ਸਨ, ਉਹ ਹੁਣ ਵੀ ਭਾਜਪਾ ਦੇ ਭਾਂਡੇ ਮਾਂਜਣ ਨੂੰ ਤੁਰ ਪੈਣੇ ਆ, ਤਿਆਰੀਆਂ ਪੂਰੀਆਂ ਨੇ। ਇੱਥੇ ਇਹੋ ਜਿਹੇ ਕਈ ਸੰਤ ਨੇ ਜਿਹੜੇ ਕਹਿਣ ਨੂੰ ਸਿੱਖ ਸੰਤ ਨੇ ਪਰ ਸਿੱਖੀ ਵਾਲੀ ਕੋਈ ਗੱਲ ਉਹਨਾਂ ਦੇ ਡੇਰਿਆਂ 'ਚ ਹੈ ਨਹੀਂ। ਉੱਥੇ ਸਾਰਾ ਮਨਮਤ ਆ। ਉਸੇ ਤਰ੍ਹਾਂ ਹੀ ਰਾਸ਼ੀ ਚੱਕਰ ਤੇ ਸਭ ਕੁਝ ਵਰਤ ਤੇ ਹਰ ਗੱਲ ਟੂਣੇ ਟਾਮਣ ਤੇ ਹਵਨ, ਉਹ ਸਾਰਾ ਕੁਝ ਉਹ ਹੈ ਜਿਹੜਾ ਹਿੰਦੂ ਧਰਮ ਦੇ ਵਿੱਚ ਸੀ, ਜਿਹੜੇ ਸਨਾਤਨ 'ਚੋਂ ਬਾਬੇ ਨਾਨਕ ਨੇ ਕੱਢਣਾ ਚਾਹਿਆ ਸੀ, ਉਹਦੇ ਨਾਲ ਉਹ ਸਾਰੇ ਫਿਰ ਜੁੜੇ ਹੋਏ ਨੇ। ਇਸ ਕਰਕੇ ਉਹ ਸਭ ਤੋਂ ਪਹਿਲਾਂ ਭਾਜਪਾ ਸ਼ਾਮਲ ਹੋਣਗੇ। ਨਾਨਕਸ਼ਾਹੀ ਕੈਲੰਡਰ ਜਦੋਂ ਬਣਿਆ ਉਹਦਾ ਵਿਰੋਧ ਆਮ ਸਿੱਖਾਂ ਨੇ ਨਹੀਂ ਕੀਤਾ, ਉਹਦਾ ਵਿਰੋਧ ਕੀਤਾ ਹੀ ਉਹਨਾਂ ਸਾਧਾਂ ਨੇ ਸੀ ਜਿਹੜੇ ਲੋਕਾਂ ਨੂੰ ਮੱਸਿਆ ਚੌਦੇ ਸੰਗਰਾਂਦ ਪੁੰਨਿਆ ਸਾਰਾ ਕੁਝ ਦੱਸ ਕੇ ਤੇ ਉਹਨਾਂ ਤੋਂ ਵਰਤ ਵੀ ਰਖਵਾਉਂਦੇ ਆ ਤੇ ਉਹਨਾਂ ਦਿਨਾਂ ਦੇ ਉੱਤੇ ਦਾਨ ਪੁੰਨ ਵੀ ਕਰਵਾਉਂਦੇ ਆ। ਦਾਨ ਪੁੰਨ ਦੇ ਬਹਾਨੇ ਲੋਕਾਂ ਦੀਆਂ ਜੇਬਾਂ ਕੱਟ ਕੇ ਆਪਣੇ ਜੇਬਾਂ ਭਰਦੇ ਨੇ, ਆਪਣੇ ਘਰ ਕੋਠੀਆਂ ਬਣਾਈ ਜਾਂਦੇ ਨੇ, ਲੋਕਾਂ ਦੇ ਘਰਾਂ ਦੇ ਭਾਵੇਂ ਛੱਤਾਂ ਵਿੱਚ ਹੁੰਦੀਆਂ ਹੋਣ। ਉਹ ਸਾਰੇ ਸਾਧ ਚੁਟਕੀ 'ਚ ਜਾਣਗੇ ਭਾਜਪਾ ਨਾਲ, ਤੇ ਜਦੋਂ ਉਹ ਜਾਣਗੇ
ਜਿੱਧਰ ਗਿਆ ਬਾਣੀਆਂ, ਮਗਰ ਗਿਆ ਬਾਜ਼ਾਰ। ਉਹਨਾਂ ਦੇ ਮਗਰ ਜਿਹੜੀ ਸੰਗਤ ਆ, ਉਹ ਬਹੁਤੀ ਸੰਗਤ ਇਹੋ ਜਿਹੀ ਜਿਹੜੀ ਆ ਉਹ ਧਰਮ ਦੇ ਨਾਲ ਜਾਂ ਕਿਸੇ ਸਿਧਾਂਤ ਨਾਲ, ਵਿਚਾਰਧਾਰਾ ਨਾਲ ਨਹੀਂ ਬੱਝੀ। ਉਹ ਤੇ ਬਾਬਾ ਜੀ ਦੇ ਮਗਰ ਬੱਝੀ ਹੈ। ਜਿੱਧਰ ਬਾਬਾ ਜੀ ਜਾਣਗੇ ਮਗਰ ਮਗਰ ਤੁਰੇ ਜਾਣਗੇ। ਇਸ ਕਰਕੇ ਭਾਜਪਾ ਜਿਹੜੀ ਕੁੰਡੀ ਪਾਈ ਆ, ਤੁਸੀਂ ਅਗਲਾ ਹਫਤਾ ਵੇਖੋ। ਕੱਲ੍ਹ ਵਾਲੀ ਰੈਲੀ ਤਾਂ ਸੀਗੀ ਛੋਟੀ ਅਜੇ, ਅਗਲੀਆਂ ਦਿਨਾਂ 'ਚ ਵੱਡੇ ਰੈਲੀ ਵੀ ਹੋਣਗੇ। ਪਰ ਸਾਹਿਬ, ਭਾਜਪਾ ਦੀ ਰੈਲੀ ਦਾ ਜ਼ਿਕਰ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵੀ ਹੋਈ ਮੋਗੇ ਵਿੱਚ, ਮੈਗਾ ਰੈਲੀ। ਵੱਡੇ ਬਾਦਲ ਸਾਹਿਬ ਕਹਿੰਦੇ 1996 ਵਾਲਾ ਜੋ ਵੀ ਇਤਿਹਾਸ ਸੀ ਆਪਾਂ ਦੁਹਰਾ ਦੇਣਾ। ਕਿਵੇਂ ਦੇਖਦੇ ਆ? ਇਕੱਠ ਤਾਂ ਕਹਿੰਦੇ ਚੰਗਾ ਹੋ ਗਿਆ। ਮੈਨੂੰ ਨਹੀਂ ਪਤਾ ਚੰਗਾ ਹੋ ਗਿਆ ਕਿ ਨਹੀਂ, ਕਿਉਂਕਿ ਦੋਵੇਂ ਰਿਪੋਰਟਾਂ, ਕੁਝ ਉਹਨਾਂ ਦੇ ਪੱਖ ਵਾਲੇ ਕਹਿੰਦੇ ਬਹੁਤ ਵੱਡਾ ਇਕੱਠ ਸੀ ਜੀ, ਕੁਝ ਕਹਿੰਦੇ ਨਹੀਂ ਜੀ ਰੈਲੀ 'ਚ ਇਕੱਠ ਘੱਟ ਸੀ, ਪਰ ਇਹ ਸ਼ਰਾਬ ਦੇ ਠੇਕਿਆਂ ਤੇ ਵੱਧ ਸੀ। ਇਹਨਾਂ ਨੂੰ ਪਤਾ ਹੋ। ਦੂਜੀ ਗੱਲ ਜਿਹੜੀ ਪਤਾ ਲੱਗੀ ਉਹ ਇਹ ਕਿ ਮੋਗੇ ਦੇ ਇਲਾਕੇ 'ਚ ਰੈਲੀ ਕੀਤੀ, ਜਥੇਦਾਰ ਤੋਤਾ ਸਿੰਘ ਤੇ ਉਹਦੇ ਪੁੱਤਰ ਨੇ ਰੈਲੀ ਕੀਤੀ, ਪਰ ਉਹਨਾਂ ਦਾ ਸਟੇਜ ਤੋਂ ਕਿਸੇ ਨੇ ਨਾਂ ਹੀ ਨਹੀਂ ਲਿਆ। ਇਹਦਾ ਕੋਈ ਕਾਰਨ ਹੈ ਕਿ ਅਚਾਨਕ ਹੋ ਗਿਆ, ਪਤਾ ਨਹੀਂ। ਤੀਜੀ ਗੱਲ ਇਹ ਕਿ ਭਾਈਵਾਲ ਪਾਰਟੀ, ਬਹੁਜਨ ਸਮਾਜ ਪਾਰਟੀ ਦੇ ਨੈਸ਼ਨਲ ਸੈਕਟਰੀ ਨੇ ਸਟੇਜ ਤੋਂ ਇਹ ਆਖਿਆ ਕਿ ਹੁਣ ਮੌਕਾ ਆ ਗਿਆ ਕਿ ਅਕਾਲੀ ਬਸਪਾ ਗੱਠਜੋੜ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਡਿਕਲੇਅਰ ਕਰ ਦਿੱਤਾ ਜਾਵੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾਂ ਇਸ ਰੈਲੀ 'ਚੋਂ ਵੱਡੇ ਬਾਦਲ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਉਹ ਐਲਾਨ ਕਰ ਦੇਣ। ਵੱਡੇ ਬਾਦਲ ਸਾਹਿਬ ਬਾਅਦ 'ਚ ਬੋਲੇ। ਉਹਨਾਂ ਨੇ ਇਹੋ ਜਿਹਾ ਕੋਈ ਐਲਾਨ ਨਹੀਂ ਕੀਤਾ। ਉਹ ਇਹਨਾਂ ਕਹਿ ਗਏ ਪਾਰਟੀ ਪ੍ਰਧਾਨ ਹੈ ਸੁਖਬੀਰ ਸਿੰਘ, ਜੋ ਪ੍ਰਧਾਨ ਜੀ ਕਹਿਣਗੇ ਅਸੀਂ ਮੰਨਾਂਗੇ। ਅੱਗੇ ਵੀ ਪਿਛਲੀਆਂ 2 ਚੋਣਾਂ 'ਚ ਹੁੰਦਾ ਰਿਹਾ ਕਿ ਅਕਾਲੀ ਰੌਲਾ ਪਾਉਂਦੇ ਸੀ ਸੁਖਬੀਰ ਸਿੰਘ ਨੂੰ ਮੁੱਖ ਮੰਤਰੀ ਐਲਾਨ ਕਰੋ। ਆਮ ਚਰਚਾ ਇਹ ਹੈ ਕਿ ਬਾਪੂ ਅਜੇ ਵੀ ਇਸ ਦਾਅ ਤੇ ਹੈ ਕਿ ਜੇ ਪੈਰ ਥੱਲੇ ਬਟੇਰਾ ਆ ਹੀ ਜਾਵੇ, ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਜਿੱਤ ਹੀ ਜਾਵੇ। ਅਜੇ ਕਾਕਾ ਜੀ ਨੂੰ ਕੁਛ ਚਿਰ ਹੋਰ ਥੋੜ੍ਹਾ ਜਿਹਾ ਵੇਟਿੰਗ ਲਾਈਨ 'ਚ ਰੱਖ ਕੇ, ਉਹ 100 ਸਾਲ ਤੋਂ ਉੱਪਰ ਹੋ ਗਈ ਆ ਕੁਈਨ ਐਲਿਜ਼ਾਬੈਥ, ਉਹ ਕਿਹੜੀ ਆਪਣੇ ਪੁੱਤਰ ਵਾਸਤੇ ਗੱਦੀ ਛੱਡਣ ਦੀ ਹੈ? ਜਾਪਾਨ ਵਾਲੇ ਰਾਜੇ ਨੇ ਛੱਡ ਹੀ ਦਿੱਤੀ ਹੈ ਨਾ ਜੀ। ਬਾਪੂ ਬਾਦਲ ਵੀ ਅਜੇ ਗੱਦੀ ਛੱਡਣ ਦੇ ਮੂਡ 'ਚ ਨਹੀਂ। ਇਹ ਗੱਲ ਕੱਲ ਸਾਰਿਆਂ ਨੇ ਨੋਟ ਕੀਤੀ ਹੈ। ਵੈਸੇ ਰੈਲੀ ਇਹਨਾਂ ਦੀ ਤਗੜੀ ਹੋ ਗਈ ਹੈ। ਕਿੰਨੀ ਕੁ ਤਗੜੀ ਹੋਈ ਹੈ ਉਹਦੇ ਬਾਰੇ ਅੱਡੋ ਅੱਡ ਰਿਪੋਰਟਾਂ ਨੇ। ਇਹ ਜਾਣਨ ਦੂਸਰੇ ਜਾਣਨ, ਮੈਂ ਉਹਨਾਂ ਰਿਪੋਰਟਾਂ ਦੇ ਚੱਕਰ 'ਚ ਜਾਣ ਕੇ ਨਹੀਂ ਪੈ ਰਿਹਾ। ਹਾਂ, ਇਹ ਹੈ ਕਿ ਕੁਝ ਬੰਦੇ ਜਿਨ੍ਹਾਂ ਨੂੰ ਬਾਦਲ ਅਕਾਲੀ ਦਲ ਦੀ ਲੀਡਰਸ਼ਿਪ ਪਸੰਦ ਨਹੀਂ ਕਰਦੀ, ਉਹ ਕੱਲ ਰੈਲੀ 'ਚ ਵਾਹਵਾ ਉਭਾਰ ਕੇ ਇਸ ਲਈ ਪੇਸ਼ ਕੀਤੇ ਗਏ ਕਿ ਨਾ ਕੀਤੇ ਤੇ ਕੱਦਬੁੱਤ ਮਨਜਿੰਦਰ ਸਿੰਘ ਸਿਰਸੇ ਜਿਹੜਾ ਹੀ ਆ, ਸ਼ਾਮ ਨੂੰ ਕਿਤੇ ਮੋਦੀ ਸਾਹਿਬ ਦੇ ਕੋਲ ਨਾ ਚਲੇ ਜਾਣ ਜੀ। ਕਿਤੇ ਜੇ ਗਿੱਠਾਂ ਨਾਲ ਮਿਣ ਕੇ, ਫੁੱਟਾਂ ਨਾਲ ਮਿਣ ਕੇ ਜਾਣੇ ਹੋਏ ਤੇ ਉਹ ਛੇਤੀ ਚਲੇ ਜਾਣੇ। ਇਸ ਕਰਕੇ ਡਰਦਿਆਂ ਉਹਨਾਂ ਨੂੰ ਦੂਸਰਿਆਂ ਤੋਂ ਵੱਧ ਇੰਪਾਰਟੈਂਸ ਦਿੱਤੀ ਗਈ ਹੈ। ਪਰ ਸਾਹਿਬ, ਬਹੁਤ ਦੂਰ ਦੀਆਂ ਗੱਲਾਂ ਨੇ। ਦੂਸਰੇ ਪਾਸੇ ਗੁਰਮੀਤ ਰਾਮ ਰਹੀਮ ਤੋਂ ਸਪੈਸ਼ਲ ਜਾਂਚ ਟੀਮ ਨੇ ਫਿਰ ਪੁੱਛਗਿੱਛ ਕੀਤੀ ਹੈ। ਚੋਣਾਂ ਨਜ਼ਦੀਕ ਆ ਰਹੀਆਂ, ਮੁੱਦਾ ਦੁਆਰਾ ਭਖਦਾ ਪਿਆ। ਕੀ ਲੱਗਦਾ ਹੱਲ ਕਰਨਾ ਚਾਹੁੰਦੇ ਆ ਜਾਂ ਫਿਰ ਐਸਟੀਐਫ ਦੇ ਵਾਂਗੂ ਕੁਛ ਨਤੀਜਾ ਨਾ ਨਿਕਲ ਜਾਏ? ਨਹੀਂ, ਕੁਛ ਮੁੱਦੇ ਇਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਵਿੱਚੋਂ ਨਿਕਲਣਾ ਕੱਖ ਨਹੀਂ। ਉਹਨਾਂ ਨੂੰ ਭਖਦੇ ਰੱਖੀਦਾ ਬੈਕ ਬਰਨਰ ਤੇ। ਜੀ। ਹੁਣ ਤਾਂ ਬੈਕ ਬਰਨਰ ਲਫ਼ਜ਼ ਆ ਗਿਆ ਨਾ ਕਿ ਜੇ ਤੁਹਾਡੇ ਗੈਸ ਤੇ 4 ਸਟੋਵ ਇੱਕੋ ਫਰੇਮ 'ਚ ਲੱਗੇ ਆ ਤੇ ਅਗਲੇ ਸਟੋਵ ਦੇ ਉੱਤੇ ਤੁਸੀਂ ਕੰਮ ਕਰੀ ਜਾਓ ਤੇ ਪਿਛਲੇ ਬਰਨਰ ਤੇ ਦੂਜਾ ਰੱਖ ਦਿਓ। ਜੀ। ਪਹਿਲਾਂ ਸਾਡੇ ਘਰਾਂ 'ਚ ਸਾਡੀਆਂ ਮਾਵਾਂ, ਬਜ਼ੁਰਗ ਔਰਤਾਂ ਚੁੱਲ੍ਹਾ ਬਣਾਉਂਦੀਆਂ ਹੁੰਦੀਆਂ ਸੀ ਤੇ ਚੁੱਲ੍ਹੇ ਦੇ ਵਿੱਚੋਂ ਦੀ ਪਿਛਲੇ ਪਾਸੇ ਮੋਰੀ ਰੱਖ ਕੇ ਇੱਕ ਛੋਟਾ ਜਿਹਾ ਚੁੱਲ੍ਹੀ ਜੀ ਹੋਰ ਬਣਾ ਦਿੰਦੀਆਂ ਸੀ। ਉਹਨੂੰ ਲੂੰਬੀ ਕਹਿੰਦੀਆਂ ਹੁੰਦੀਆਂ ਸੀ ਤੇ ਉਹਦੇ ਉੱਤੇ ਪਾਣੀ ਵਾਲਾ ਕੁੱਜਾ ਜਾਂ ਤੌੜੀ ਉੱਥੇ ਰੱਖ ਦਿੰਦੀਆਂ ਸੀ ਕਿ ਇੱਥੇ ਪਾਣੀ ਨਿੱਘਾ ਰਹੇਗਾ। ਇਹ ਸੱਚੇ ਸੌਦੇ ਦਾ ਮਾਮਲਾ ਉਸ ਬੈਕ ਬਰਨਰ ਤੇ ਆ, ਉਸ ਚੁੱਲ੍ਹੇ ਦੇ ਪਿੱਛੇ ਜਿਹੜੀ ਲੂੰਬੀ ਬਣੀ ਉਹਦੇ ਤੇ ਆ। ਇਹਨੂੰ ਇਸ ਕਰਕੇ ਰੱਖੀਦਾ ਕਿ ਪਾਣੀ ਉਬਲਦਾ ਰਹੇ, ਥੋੜ੍ਹਾ ਬਹੁਤ ਨਿੱਘਾ ਰਹੇ, ਲੋੜ ਜੋਗਾ ਰਹੇ। ਜਿਹੜੀ ਅੱਗ ਤਵੇ ਤੋਂ ਤੇ ਪਤੀਲੇ ਤੋਂ ਬਾਹਰ ਦੀ ਬਾਹਰ ਫਾਲਤੂ ਜਾਣੀ, ਉਹ ਆਪੇ ਇੱਧਰ ਤੁਰੀ ਜਾਊ। ਫੋਰਸ ਇੰਨੇ ਦਿਨ ਬਿਕਰਮ ਸਿੰਘ ਮਜੀਠੀਏ ਦੇ ਮਗਰ ਲਾ ਛੱਡੀ ਤੇ ਨਿਕਲਿਆ ਤੇ ਕੱਖ ਵੀ ਨਹੀਂ। ਜੀ। ਇੰਨਾ ਭੱਜ ਨੱਸ ਕਰਕੇ ਨਿਕਲਿਆ ਕੀ, ਜਦੋਂ ਉੱਥੇ ਕੁਛ ਨਹੀਂ ਨਿਕਲਿਆ ਤੇ ਬਾਕੀਆਂ ਚੋਂ ਕੀ ਨਿਕਲਣਾ? ਬਰਗਾੜੀ ਕਾਂਡ ਦੇ ਵਿੱਚ ਉੱਥੇ ਕੀ ਨਿਕਲਿਆ? ਜਿਹੜੇ ਬੰਦੇ ਨੂੰ SIT ਦਾ ਮੁਖੀ ਬਣਾਇਆ ਸੀ, ਉਹ ਆਪਣੇ ਪੁੱਤਰ ਦੀ ਟਿਕਟ ਵਾਸਤੇ ਕਦੇ ਅਕਾਲੀਆਂ ਨਾਲ, ਕਦੇ ਕਾਂਗਰਸੀਆਂ ਨਾਲ, ਕਦੇ ਖੱਬੇ, ਕਦੇ ਸੱਜੇ, ਇੱਧਰ ਉੱਧਰ ਸ਼ਟਲਿੰਗ ਕਰਦਾ ਰਿਹਾ।
ਹੁਣ ਤਾਂ ਰਿਟਾਇਰ ਹੋ ਗਿਆ। ਹੁਣ ਜਿਹੜੇ ਲੱਗੇ ਨੇ ਉਹ ਇਸ ਦੁਚਿੱਤੀ ਵਿੱਚ ਹੈ ਕਿ ਸਰਕਾਰਾਂ ਬਦਲਣ ਵਾਲੀਆਂ ਨੇ। ਜਦੋਂ ਦਿੱਲੀ ਦੇ ਵਿੱਚ ਪਤਾ ਹੋਵੇ ਸਰਕਾਰ ਬਦਲਣ ਵਾਲੀ ਹੈ ਤੇ ਕੇਂਦਰੀ ਏਜੰਸੀਆਂ ਦੇ ਅਫਸਰਾਂ ਦਾ ਮੂਡ ਬਦਲ ਜਾਂਦਾ। ਜਦੋਂ ਰਾਜਾਂ 'ਚ ਪਤਾ ਲੱਗੇ ਮੁੱਖ ਮੰਤਰੀ ਬਦਲਣ ਵਾਲੇ ਆ ਤੇ ਉਦੋਂ ਇੱਥੇ ਵੀ ਸਭ ਕੁਝ ਬਦਲ ਜਾਂਦਾ ਹੁੰਦਾ। ਅੱਜ ਤੋਂ 50 ਸਾਲ ਪਹਿਲਾਂ ਗੁਲਸ਼ਨ ਨੰਦੇ ਦਾ ਨਾਵਲ ਸੀ, ਉਹਦੇ ਵਿੱਚ ਇਹ ਸੀ ਕਿ ਇੱਕ ਵੱਡੇ ਕਲੱਬ ਦੇ ਵਿੱਚ ਇਨਕਮ ਟੈਕਸ ਤੇ ਰੀਜਨਲ ਕਮਿਸ਼ਨਰ ਦਾ ਬਾਪ ਜਦੋਂ ਜਾਂਦਾ ਤੇ ਸਾਰੇ ਵੱਡੇ ਵੱਡੇ ਕਾਰੋਬਾਰੀਆਂ 'ਚ ਹੋੜ ਲੱਗ ਜਾਂਦੀ ਹੈ ਕਿ ਅੱਜ ਦੇ ਡਿਨਰ ਦਾ ਤੇ ਲੰਚ ਦਾ ਖਰਚਾ ਕਿਹਨੇ ਦੇਣਾ। ਇੱਕ ਦਿਨ ਵੱਡਾ ਸਮਾਗਮ ਰੱਖਿਆ ਸੀ, ਉਹਦੀ ਪ੍ਰਧਾਨਗੀ ਰੱਖੀ ਸੀ। ਅਗਲੇ ਦਿਨ ਸਵੇਰੇ ਜਦੋਂ ਉਹ ਕਲੱਬ 'ਚ ਪਹੁੰਚਿਆ ਪ੍ਰਧਾਨਗੀ ਕਰਨ ਤੇ ਜਾਂਦਿਆਂ ਨੂੰ ਪਤਾ ਲੱਗਾ ਕਿ ਮੀਟਿੰਗ ਕੈਂਸਲ ਹੋ ਗਈ ਆ। ਕਹਿੰਦਾ ਮੈਨੂੰ ਦੱਸ ਹੀ ਦਿੰਦੇ। ਕਹਿੰਦਾ ਦੱਸਣਾ ਕਿੰਨੇ ਸੀ, ਬੰਦੇ ਤੇ ਸਾਰੇ ਘਰੋਂ ਹੀ ਨਹੀਂ ਆਏ। ਕਿ ਆਏ ਕਿਉਂ ਨਹੀਂ? ਕਹਿੰਦੇ ਜੀ ਉਹਨਾਂ ਨੂੰ ਪਤਾ ਲੱਗ ਗਿਆ ਤੇਰੇ ਪੁੱਤਰ ਦੀ ਟਰਾਂਸਫਰ ਹੋ ਗਈ ਹੈ। ਜੇ ਉਹ ਇਨਕਮ ਟੈਕਸ ਕਮਿਸ਼ਨਰ ਦੇ ਪੁੱਤਰ ਦੀ ਟਰਾਂਸਫਰ ਹੋ ਜਾਵੇ ਤੇ ਰੱਖਿਆ ਫੰਕਸ਼ਨ ਵੀ ਉਹਦੇ ਬਾਪੂ ਨੂੰ ਐ ਬੇਆਬਰੂ ਕਰਕੇ ਉੱਥੋਂ ਕੱਢ ਦਿੰਦੇ ਆ। ਤੇ ਇੱਥੇ ਜਿਹੜੇ ਅਫਸਰ ਇਸ ਵੇਲੇ ਲੱਗੇ ਆ ਉਹਨਾਂ ਨੂੰ ਜਦੋਂ ਪਤਾ ਹੀ ਆ ਕਿ ਹਫਤਾ ਇੱਕ ਹੋਰ ਰਹਿ ਗਿਆ, ਆਹ ਮੰਤਰੀ ਜਿਹੜੇ ਆ ਇਹਨਾਂ ਦੀ ਇਹ ਤੇ ਕੱਚੀ ਪੋਸਟ ਹੈ ਨਾ, ਅੱਜ ਮੰਤਰੀ ਹੈਗੇ ਭਲਕੇ ਨਹੀਂ ਜੀ, ਇੱਕ ਹਫਤੇ ਬਾਅਦ ਇਹਨਾਂ ਨੂੰ ਪੱਕੀ ਪੋਸਟ ਮਿਲ ਜਾਣੀ ਆ ਸਾਰੀ ਉਮਰ ਵਾਸਤੇ ਸਾਬਕਾ। ਉਹਨੂੰ ਤੇ ਕੋਈ ਖਤਰਾ ਨਹੀਂ ਨਾ। ਜੀ ਇਹ ਹੁਣ ਸਾਰੀ ਉਮਰ ਵਾਸਤੇ ਪੱਕੀ ਪੋਸਟ ਤੇ ਜਾਣ ਵਾਲੇ ਆ ਤੇ ਇਹਨਾਂ ਦੇ ਆਖੇ ਕੋਈ ਅਫਸਰ ਕੰਮ ਕਿੱਦਾਂ ਕਰੂਗਾ? ਕਿਸੇ ਨੇ ਕੱਖ ਨਹੀਂ ਕਰਨਾ। ਸੱਚੇ ਸੌਦੇ ਵਾਲੇ ਬਾਬੇ ਕੋਲ ਵੀ 4 ਗੇੜੇ ਸਰਸੇ ਦੇ ਲੱਗ ਜਾਣਗੇ, 4 ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਲੱਗ ਜਾਣਗੇ। ਆਉਣ ਜਾਣ ਦੇ ਵਿੱਚ ਸਮਾਂ ਲੱਗੀ ਜਾਵੇਗਾ। ਜੇ ਕੋਈ ਇਹ ਸਮਝੇ ਕਿ ਬਾਬੇ ਨੂੰ ਬਾਂਹ ਫੜ ਕੇ ਲਿਆਉਣਗੇ, ਕੱਖ ਨਹੀਂ ਹੋਣਾ, ਸਿਰਫ ਐਕਸਰਸਾਈਜ਼ ਆ। ਕਿਉਂਕਿ ਹੁਣ ਵਾਲੇ ਮੰਤਰੀਆਂ ਨੂੰ ਪੱਕਾ ਅਹੁਦਾ ਮਿਲਣ ਵਾਲਾ ਜੀ ਸਾਬਕਾ। ਸਰਕਾਰ ਬਦਲਣ ਵਾਲੀ, ਅਫਸਰ ਬਦਲਣ ਵਾਲੇ, ਘੜੀ ਦੀਆਂ ਆਪਾਂ ਨੂੰ ਸਭ ਸੂਈਆਂ ਵੀ ਬਦਲ ਕੇ ਤੇ ਆਪਾਂ ਫਿਰ ਚੱਲੀਏ। ਬਹੁਤ ਬਹੁਤ ਧੰਨਵਾਦ ਖਬਰਾਂ ਦੀ ਚਰਚਾ ਕਰਨ ਲਈ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਨੇ ਖਬਰਾਂ ਨਾਲ ਡਿਟੇਲ ਨਾਲ ਜਾਣਕਾਰੀ ਦਿੱਤੀ ਹੈ ਖਬਰਾਂ ਤੇ। ਕੱਲ ਫਿਰ ਮਿਲਦੇ ਆ ਨਵੇਂ ਪ੍ਰੋਗਰਾਮ ਨਾਲ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।